ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਮਨੀ ਸਾਹਿਬ ਅਸ਼ਟਪਦੀ ਸੱਤਵੀਂ ਪਾਠ ਦੂਜਾ। ਪਿੱਛੇ ਆਪਾਂ ਸ਼ਲੋਕ ਦੀ ਨਾਲ ਇੱਕ ਪਦੇ ਦੀ ਵਿਚਾਰ ਕੀਤੀ ਸੀਗੀ। ਹੁਣ ਸੱਤਪਦੀ ਰਹਿ ਗਈ। ਆਪਾਂ ਇਹਦੀ ਵਿਚਾਰ ਕਰਨੀ ਹੈ, ਕੁਦਰਤ ਦੀ ਰਹਿਮਤ ਲੈਣੀ ਹੈ। ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਬਾਣੀ ਵਿੱਚ ਸਾਧ ਸੰਗਤ ਤੋਂ ਭਾਵ ਕੀ ਹੈ, ਇਹ ਕਿਵੇਂ ਪ੍ਰਾਪਤ ਹੁੰਦੀ ਹੈ, ਉਸ ਕਿਸ ਅਵਸਥਾ ਨੂੰ ਕਿਹਾ ਗਿਆ। ਆਪਾਂ ਨੌਵੇਂ ਪਾਤਸ਼ਾਹ ਦਾ ਗੌੜੀ ਮਹੱਲਾ 9ਵਾਂ ਸ਼ਲੋਕ ਲੈ ਲਈ, ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਊਗੀ। ਇਹ ਸਾਰੀ ਅਸ਼ਟਪਦੀ ਦੋਏ ਪੱਖ ਆਪਾਂ ਨੂੰ ਸਮਝਾਂਗੇ। ਸਤਿਗੁਰਾਂ ਨੇ ਸਮਝਾਇਆ ਆਪਾਂ ਨੂੰ ਸ਼ਲੋਕ ਦੇ ਵਿੱਚ। ਪਹਿਲਾਂ ਅਗੰਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਮੁਕਤੀ ਕਿਵੇਂ ਪ੍ਰਾਪਤ ਹੋਣੀ ਆ? ਜਿਹੜਾ ਵੀ ਬਿਆਨ ਕਰੂਗਾ ਉਹਦਾ ਸੰਸਾਰ 'ਚੋਂ ਛੁਟਕਾਰਾ ਹੋਊਗਾ। ਉਹ ਅਗੰਮ ਅਗਾਧ ਨੂੰ ਸਮਝ ਕੇ ਬਿਆਨ ਕਰ ਦੂਗਾ। ਚੌਪਈ ਸਾਹਿਬ ਵੀ ਆਪਾਂ ਵਿਚਾਰੀ ਸੀ ਵੀ ਦੁੱਖ ਦਰਦ ਤਿਸ ਨਰਕ ਕੇ ਨਿਕਟ ਨਾ ਰਹੇ, ਏਕ ਵਾਰ ਜੋ ਚੌਪਾਈ ਕੋਏ। ਚਾਰ ਲੋਕਾਂ ਦਾ ਗਿਆਨ, ਤਿੰਨ ਲੋਕ ਮਾਇਆ ਦਾ ਗਿਆਨ, ਜਿਹੜਾ ਪਾਰ ਕਰ ਜਾਂਦਾ ਹੈ ਗੁਰ ਸ਼ਬਦ ਦਾ ਗਿਆਨ ਲੈ ਕੇ, ਉਸ ਅਵਸਥਾ ਜਾ ਕੇ ਸਾਧ ਸੰਗਤ ਪ੍ਰਾਪਤ ਹੁੰਦੀ ਹੈ। ਆਤਮਾ ਪ੍ਰਾਤਮਾ ਏਕੋ ਕਰੇ, ਅੰਤਰ ਕੀ ਦੁਵਿਧਾ ਅੰਤਰ ਮਰੇ। ਦੁਵਿਧਾ ਭਾਵ ਸੰਸਾਰ ਜਿਹਦੇ ਖਤਮ ਹੋ ਜਾਂਦਾ ਹੈ, ਉਸ ਅਵਸਥਾ 'ਚ ਜਾ ਕੇ ਬਾਣੀ ਸਮਝ ਆਉਂਦੀ ਹੈ। ਉਸ ਅਵਸਥਾ 'ਚ ਜਾ ਕੇ ਬਾਣੀ ਉਚਾਰੀ ਗਈ ਹੈ। ਉਸ ਅਵਸਥਾ ਨੂੰ ਸਾਧ ਸੰਗਤ ਕਿਹਾ ਹੈ, ਜਦੋਂ ਮਨ ਚਿੱਤਕ ਹੋ ਜਾਂਦੇ ਨੇ। ਆਪਾਂ ਨੌਵੇਂ ਪਾਤਸ਼ਾਹ ਦਾ ਸ਼ਲੋਕ ਲਈ ਆਪਾਂ ਨੂੰ ਚੰਗੀ ਤਰ੍ਹਾਂ ਹੋਰ ਸਮਝ ਆ ਜਾਏ। ਸਾਧੋ ਇਹੋ ਮਨ ਗਹਿਓ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਜਾਤੇ ਥਿਰ ਨਾ ਰਹਾਈ। ਮਨ ਕਿਉਂ ਨਹੀਂ ਥਿਰ ਹੁੰਦਾ ਹੈ? ਉਹੀ ਸਤਿਗੁਰ ਸਮਝਾ ਰਹੇ ਨੌਵੇਂ ਪਾਤਸ਼ਾਹ। ਇਹ ਮਨ ਗਹਿਓ ਨਾ ਜਾਏ। ਮਨ ਮਾਇਆ ਦੇ ਵਿੱਚ ਮਨ ਬੁੱਧੀ ਕਦੋਂ ਲਿਪਤ ਹੋ ਜਾਂਦੇ ਨੇ। ਆਪਾਂ ਆਨੰਦ ਸਾਹਿਬ ਦੇ ਵਚਨ ਲੈ ਲੈਣੇ ਸਤਿਗੁਰਾਂ ਦੇ। ਲਿਪ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅੰਮ੍ਰਿਤ ਵਰਤਾਇਆ। ਸਤਿਗੁਰ ਸਮਝਾਉਂਦੇ ਨੇ ਜਦੋਂ ਸਰੀਰ ਕਰਕੇ ਆਤਮਾ ਜਨਮ ਲੈਂਦੀ ਹੈ, ਮਾਇਆ 'ਚ ਲਿਪਤ ਹੁੰਦੀ ਹੈ, ਉਸ ਅਵਸਥਾ 'ਚ ਜਾ ਕੇ ਫਿਰ ਸਾਡੇ ਸੰਸਾਰੀ ਮਾਇਆ ਦੇ ਰਿਸ਼ਤੇ ਪੈ ਜਾਂਦੇ ਨੇ। ਅੱਖਾਂ ਖੁੱਲ੍ਹਦੀਆਂ ਨੇ, ਕੰਨ ਸੁਣਦੇ ਨੇ, ਸੰਸਾਰੀ ਰਿਸ਼ਤੇ ਵੱਧਦੇ ਚਲੇ ਜਾਂਦੇ ਆ। ਮਾਇਆ ਦੇ ਸੰਗਲ ਪੈ ਜਾਂਦੇ ਨੇ। ਮੇਰਿਓ ਮੇਰਿਓ ਸਭੇ ਕਹੈ ਤਾ ਹਿਤ ਸੋ ਬਾਂਧਿਓ ਚੀਤ। ਮਾਇਆ ਦੇ ਸੰਗਲ ਪੈ ਜਾਂਦੇ। ਫਿਰ ਉਹ ਆਪਦੀ ਮੱਤ ਨਾਲ ਨਹੀਂ ਅਸੀਂ ਕੱਟ ਸਕਦੇ। ਮਨ ਰੇ ਹਉਮੈ ਮੋਹ ਦੁਖ ਭਾਰੀ, ਇਹ ਭਉਜਲ ਜਗਤ ਨਾ ਜਾਈ, ਤਰਨਾ ਗੁਰਮੁਖ ਤਰ ਹਰ ਤਾਰੀ। ਇਹ ਹਰ ਕਥਾ ਹੈ ਭਾਈ। ਇਹ ਬਾਣੀ ਆਪਾਂ ਸਮਝਣੀ ਹੈ, ਵਿਚਾਰਨੀ ਹੈ। ਆਪਦੀ ਮੱਤ ਨਾਲ ਨਹੀਂ ਆਪਾਂ ਪਾਰ ਨਿਕਲ ਸਕਦੇ। ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਗੁਰ ਸ਼ਬਦ ਦਾ ਗਿਆਨ ਸਾਨੂੰ ਮਾਇਆ ਪਾਰ ਕਰਾ ਦਿੰਦਾ ਵਾ। ਉਸ ਅਵਸਥਾ ਜਾ ਕੇ ਜਦੋਂ ਮਨ ਚਿੱਤਕ ਹੁੰਦੇ ਨੇ, ਫਿਰ ਉਹਨੂੰ ਸਾਧ ਸੰਗਤ ਕਹਿੰਦੇ ਨੇ। ਅੱਗੇ ਆਪਾਂ ਨੂੰ ਆ ਜਾਣਾ ਸ਼ਲੋਕ ਦੇ ਵਿੱਚ, ਭਾਗ ਹੋਆ ਗੁਰ ਸੰਤ ਮਿਲਾਇਆ। ਗੁਰ ਸੰਤ ਤੋਂ ਭਾਵ ਸਰੀਰ ਕਰਕੇ ਨਹੀਂ, ਆਤਮਾ ਕਰਕੇ। ਇੱਥੇ ਹੋਈ ਨੌਵੇਂ ਪਾਤਸ਼ਾਹ ਆਪਾਂ ਨੂੰ ਸਮਝਾ ਰਹੇ ਨੇ, ਸਾਧੋ ਇਹ ਮਨ ਗਹਿਓ ਨਾ ਜਾਈ। ਸੰਸਾਰੀ ਭਾਵ ਸੰਤਾਂ ਨੂੰ ਸਰੀਰ ਕਰਕੇ ਆਪਾਂ ਜਿਹਨੂੰ ਪੂਰਨ ਮੰਨਦੇ ਹਾਂ, ਪ੍ਰਚਲਿਤ ਮੱਤ ਆਪਾਂ ਪਿੱਛੇ ਤੋਂ ਕਰਦੇ ਆਏ ਹਾਂ, ਸਾਰੇ ਕਰਦੇ ਹਾਂ ਆਪਾਂ। ਜਦ ਤੱਕ ਸੱਚ ਦਾ ਗਿਆਨ ਨਹੀਂ ਹੁੰਦਾ, ਅਸੀਂ ਹੱਠ ਯੋਗ ਤਪ ਯੋਗ ਘਰ ਬਾਰ ਛੱਡ ਕੇ ਜਾਂਦੇ ਹਾਂ। ਕੁਦਰਤ ਦੀ ਪ੍ਰਾਪਤੀ ਖਾਤਰ ਬਹੁਤ ਘਾਲ ਕਮਾਈ ਕਰਦੇ ਹਾਂ, ਪਰ ਸੱਚ ਦੇ ਗਿਆਨ ਤੋਂ ਬਿਨਾਂ ਅਸੀਂ ਵਾਂਝੇ ਰਹਿ ਜਾਂਦੇ ਹਾਂ। ਇੱਥੇ ਆਪਾਂ ਨੂੰ ਸੱਚ ਦਾ ਗਿਆਨ ਹੋਣਾ, ਜਿਹਦੇ ਨਾਲ ਆਪਾਂ ਨੂੰ ਸਾਰੀ ਇਹ ਖੇਲ ਸਮਝ ਆਉਣੀ ਹੈ। ਉਹੀ ਸਤਿਗੁਰ ਸਮਝਾਉਂਦੇ ਨੇ, ਸਾਧੂ ਇਹ ਮਨ ਗਹਿਓ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਜਾਤੇ ਥਿਰ ਨਾ ਰਹਾਈ। ਮਨ ਦਾ ਸੁਭਾਵ ਹੈ। ਆਨੰਦ ਸਾਹਿਬ ਦੇ ਵਿੱਚ ਸਤਿਗੁਰਾਂ ਦੇ ਵਚਨ ਨੇ, ਐ ਮਨਾ ਚੁਤਰਾਈ ਕਿੰਨੇ ਨਾ ਪਾਇਆ। ਇੱਥੇ ਪ੍ਰਾਪਤੀ ਕਰਨੀ ਆਪਾਂ। ਗੁਰ ਕੀ ਮਤੁ ਲਿਹੋ ਆਣੇ, ਭਗਤੀ ਬਿਨਾ ਵੈ ਡੁੱਬੇ ਸਿਆਣੇ। ਦੇਖਦੇ ਹੀ ਇੰਨਾ ਕੁ ਆਪਾਂ ਨੂੰ ਗਿਆਨ ਹੁੰਦਾ ਹੈ। ਗੁਰ ਕੀ ਮਤ ਤੋਂ ਬਿਨਾਂ ਆਪਾਂ ਪਾਰ ਨਹੀਂ ਨਿਕਲ ਸਕਦੇ। ਗੁਰ ਕੀ ਮਤ ਆਪਾਂ ਨੂੰ ਕਿਵੇਂ ਪ੍ਰਾਪਤ ਹੋਊਗੀ? ਗੁਰ ਸ਼ਬਦ 'ਚੋਂ ਜਿਹੜਾ ਗਿਆਨ ਆਪਾਂ ਨੂੰ ਸ਼ੁਰੂਆਤ ਦੇ ਵਿੱਚ ਪੈਦਾ ਹੁੰਦਾ, ਇਹ ਪਹਿਲਾ ਪਦਾਰਥ ਹੈ ਆਪਣਾ। ਗੁਰ ਗਿਆਨ ਪਦਾਰਥ ਨਾਮ ਹੈ, ਇਹ ਪਹਿਲਾ ਪਦਾਰਥ ਹੈ ਚਾਰ ਪਦਾਰਥਾਂ 'ਚੋਂ। ਇੱਥੇ ਆਪਣਾ ਆਤਮਿਕ ਸਫ਼ਰ ਸ਼ੁਰੂ ਹੁੰਦਾ ਹੈ। ਜਦੋਂ ਮਨ ਚਿੱਤ ਇੱਕ ਹੋ ਜਾਂਦੇ ਨੇ, ਉਸ ਅਵਸਥਾ 'ਚ ਸਾਧ ਸੰਗਤ ਕਿਹਾ ਗਿਆ। ਇਹ ਆਪਾਂ ਪ੍ਰਾਪਤ ਕਰਨੀ ਹੈ। ਪਹਿਲਾਂ ਆਪਾਂ ਇਹ
ਜਿਹੜਾ ਹੈਗਾ ਵਾ ਗੁਰ ਸ਼ਬਦ ਦਾ ਗਿਆਨ, ਇਹਨੂੰ ਸਮਝਣਾ ਵਿਚਾਰਨਾ ਵਾ। ਉਹ ਪ੍ਰਕਾਸ਼ ਰੂਪ ਗੁਰਬਾਣੀ ਜਗ ਮੇ ਚਾਨਣ ਕਰਮ ਬਸੇ ਮਨ ਆਇਓ, ਵੱਧਦਾ ਚਲਿਆ ਜਾਂਦਾ। ਜਿਵੇਂ ਜਿਵੇਂ ਗਿਆਨ ਵੱਧਦਾ ਚਲਿਆ ਜਾਂਦਾ, ਪ੍ਰਕਾਸ਼ ਚਾਨਣ ਵੱਧਦਾ ਚਲਿਆ ਜਾਂਦਾ ਵਾ, ਆਤਮਾ ਆਪਦੇ ਘਰ ਪਹੁੰਚ ਜਾਂਦੀ ਹੈ। ਮਨ ਬੁੱਧੀ ਕਹਿ ਲਈ ਆਪਾਂ ਆਪਦੇ ਘਰ ਪਹੁੰਚ ਜਾਂਦੇ ਨੇ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸਰੀਰ ਕਰਕੇ ਅਸੀਂ ਪੂਰਨ ਹੋ ਜਾਂਦੇ ਹਾਂ, ਆਤਮਾ ਕਰਕੇ ਕੋਰੇ ਰਹਿ ਜਾਂਦੇ ਹਾਂ। ਇੱਥੇ ਆਤਮ ਗਿਆਨ ਦੀ ਗੱਲ ਹੈ। ਅੱਗੇ ਸਤਿਗੁਰ ਸਮਝਾਉਂਦੇ ਆ, ਰਾਹੋ ਕਠਨ ਕਰੋਧ ਘਟ ਹੀ ਕੇ ਬੀਤਰ, ਜੇ ਸੁਧ ਸਭ ਬਿਸਰਾਈ, ਰਤਨ ਗਿਆਨ ਸਭ ਕੋ ਹਿਰ ਲੀਨਾ, ਤਾਂ ਅਸੀਂ ਉਹ ਕਛ ਨਾ ਵਿਛਾਈ। ਸਤਿਗੁਰ ਸਮਝਾਉਂਦੇ ਨੇ, ਕਰੋਧ ਕਰਕੇ, ਲੋਭ ਕਰਕੇ, ਪਿੱਛੇ ਵੀ ਆਪਾਂ ਸਲੋਕ ਵਿਚਾਰਿਆ ਸੀ, ਕਾਮ ਕ੍ਰੋਧ ਔਰ ਲੋਭ ਮੋਹ ਬਿਨ ਸਜਾਇਆ ਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਗੁਰਦੇਵ ਦੀ ਸ਼ਰਨ ਜਾ ਕੇ ਮਨ ਨੂੰ ਸਾਧ ਕੇ, ਮਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਈ, ਫਿਰ ਸਾਧ ਸੰਗਤ ਪ੍ਰਾਪਤ ਹੁੰਦੀ ਹੈ। ਆਤਮਾ ਕਰਕੇ, ਸਰੀਰ ਕਰਕੇ ਤਾਂ ਆਪਾਂ ਪੂਰਨ ਹੋ ਜਾਂਦੇ ਹਾਂ, ਆਤਮਾ ਕਰਕੇ ਕੋਰੇ ਰਹਿ ਜਾਂਦੇ। ਉਸ ਅਵਸਥਾ ਦੇ ਵਿੱਚ ਸਾਧ ਸੰਗਤ ਪ੍ਰਾਪਤ ਹੁੰਦੀ ਹੈ। ਕਠਨ ਕਰੋਧ ਘਟ ਹੀ ਕੇ ਬੀਤਰ, ਜੈ ਸੁਧ ਸਭ ਬਿਸਰਾਈ, ਰਤਨ ਗਿਆਨ ਸਭ ਕੋ ਹਿਰ ਲੀਨਾ, ਤਾਂਸੂ ਕਸੂ ਨ ਬਸਾਈ। ਸਾਨੂੰ ਗਿਆਨ ਹੁੰਦਾ ਹੀ ਨਹੀਂ। ਜਿੰਨੇ ਅਸੀਂ ਧਰਮ ਕਰਮ ਕਰਦੇ ਹਾਂ ਸਰੀਰ ਕਰਕੇ, ਉਹ 'ਚੋਂ ਹੰਕਾਰ ਪੈਦਾ ਹੋ ਜਾਂਦਾ। ਤੀਰਥ ਵਰਤ ਔਰ ਦਾਨ ਕਰਮ ਮਨ ਮੇ ਧਰੇ ਗੁਮਾਨ, ਸਭ ਨਿਫਲ ਜਾਤ ਹੈ ਜਿਉ ਕੁੰਚਰ ਇਸਨਾਨ। ਅਨੇਕਾਂ ਉਪਦੇਸ਼ ਦੇ ਕੇ ਆਪਾਂ ਨੂੰ ਬਾਣੀ ਸਮਝਾਉਂਦੀ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ, ਜੋਗੀ ਯਤਨ ਕਰਤ ਸਭ ਹਾਰੇ, ਗੁਣੀ ਰਹੇ ਗੁਣ ਗਾਈ। ਜੋਗੀ ਵੀ ਘਰ ਬਾਰ ਛੱਡ ਕੇ ਵਿਚਾਰੇ ਭਗਤੀ ਕਰਦੇ ਰਹੇ ਸਰੀਰ ਕਰਕੇ। ਸਿੱਧ ਗੋਸ਼ਟ ਵੀ ਆ ਆਪਣੇ ਕੋਲੇ, ਸਤਿਗੁਰਾਂ ਦੇ ਵਚਨ ਵਿੱਚ ਦਰਜ ਨੇ। ਉੱਥੇ ਸਤਿਗੁਰਾਂ ਨੇ ਸਮਝਾਇਆ। ਯੋਗੀਆਂ ਨੇ ਵੀ ਪੁੱਛਿਆ, ਫਿਰ ਤੁਸੀਂ ਸਰੀਰ ਨੂੰ ਸੰਤ ਨਹੀਂ ਮੰਨਦੇ, ਸੰਤ ਕੀ ਐਸੀ ਚੀਜ਼ ਹੈ, ਉਹ ਕਿਹੜੀ ਅਵਸਥਾ ਦਾ ਨਾਂ? ਸਤਿਗੁਰਾਂ ਨੇ ਸਮਝਾਇਆ, ਸੰਤ ਮਿਲੇ ਸੱਚ ਪਾਈਏ। ਇਹ ਸਿੱਧ ਗੋਸ਼ਟ ਵਿੱਚ ਦਰਜ ਹੈ। ਸੰਤ ਤੋਂ ਭਾਵ ਸੱਚ ਦਾ ਗਿਆਨ ਜਿਹਨੂੰ ਹੋ ਜਾਂਦਾ ਹੈ, ਇੱਕ ਹੋ ਜਾਂਦਾ ਜਿਹਦੀ ਆਤਮਾ। ਅੱਗੇ ਆਪਾਂ ਨੂੰ ਆ ਜਾਣਾ, ਸਾਧ ਕੇ ਸੰਗ ਮਾਇਆ ਤੇ ਪੈਣ, ਜਿਹੜੇ ਮਾਇਆ ਪਾਰ ਕਰ ਜਾਂਦੇ ਨੇ, ਉਸ ਅਵਸਥਾ ਸਾਧ ਸੰਗਤ ਕਿਹਾ ਬਾਣੀ ਦੇ ਵਿੱਚ। ਜੋਗੀ ਯਤਨ ਕਰਤ ਸਭ ਹਾਰੇ, ਗੁਣੀ ਰਹੇ ਗੁਣ ਗਾਈ। ਆਪਣੀ ਆਪਣੀ ਮੱਤਾਂ ਨਾਲ ਸਾਰੇ ਗਾਉਂਦੇ ਨੇ, ਪਰ ਇਹ ਗੁਰ ਕੀ ਮੱਤ ਨਾਲ ਆਪਾਂ ਨੂੰ ਪ੍ਰਾਪਤੀ ਹੁੰਦੀ ਹੈ। ਨਦੀਆਂ ਆਪਾਂ ਵੇ ਸਮੁੰਦਰ ਨਾ ਜਾਣੀ, ਜਿਵੇਂ ਨਦੀਆਂ ਨਾਲੇ ਸਮੁੰਦਰ ਨੂੰ ਨਹੀਂ ਜਾਣਦੇ, ਐਵੇਂ ਭਾਈ ਆਪਾਂ ਚੱਲਣਾ ਵਾ, ਪਰ ਇੱਕ ਦਿਨ ਸਮੁੰਦਰ ਰੂਪ ਹੋ ਜਾਂਦੇ ਨੇ। ਰਤਨ ਗਿਆਨ ਸਭ ਕੋ ਹਰ ਲੀਨਾ, ਤਾਂਸੋਂ ਕਛ ਨ ਬਸਾਈ। ਜੋਗੀ ਯਤਨ ਕਰ ਸਭ ਹਾਰੇ, ਗੁਣੀ ਰਹੇ ਗੁਣ ਗਾਈ। ਜਨ ਨਾਨਕ ਹਰ ਪਏ ਦਿਆਲਾ, ਤੋ ਸਭ ਬਿਦ ਬਣਾਈ। ਜਦੋਂ ਕੁਦਰਤ ਰਹਿਮਤ ਕਰਦੀ ਹੈ, ਦਿਆਲ ਹੁੰਦੀ ਹੈ, ਨੌਵੇਂ ਪਾਤਸ਼ਾਹ ਸਮਝਾਉਂਦੇ ਨੇ, ਫਿਰ ਇਹ ਵਿਧੀ ਸਾਨੂੰ ਪ੍ਰਾਪਤ ਹੁੰਦੀ ਹੈ। ਫਾਸਨ ਕੀ ਵਿਧ ਸਭ ਕੋ ਜਾਣਨੇ, ਛੂਟਣ ਕੀ ਇੱਕ ਕੋਈ। ਇਹ ਛੁੱਟਣ ਦੀ ਵਿਧੀ ਹੈ, ਫਸਣ ਦੀ ਆਪਾਂ ਕੀ ਵਿਚਾਰਨੀ, ਉਹ ਤਾਂ ਸਾਰੇ ਆਪਾਂ ਜਾਣਦੇ ਹੀ ਹਾਂ। ਇੱਥੋਂ ਹੁਣ ਆਪਾਂ ਦੂਆ ਪਦਾ ਸ਼ੁਰੂ ਕਰਦੇ ਹਾਂ। ਸਾਧ ਕੇ ਸੰਗ ਅਗੋਚਰ ਮਿਲੇ, ਸਾਧ ਕੇ ਸੰਗ ਸਦਾ ਪ੍ਰਫੁੱਲੇ। ਜੇ ਸੰਸਾਰੀ ਵੀ ਕੋਈ ਗੁਰਸਿੱਖ ਨੇ ਇਹ ਪ੍ਰਾਪਤੀ ਕੀਤੀ ਹੈ, ਉਹਦੇ ਨਾਲ ਮਿਲ ਕੇ ਕੀ ਹੁੰਦਾ ਵਾ, ਉਹਦੀ ਵਿਚਾਰ ਤੋਂ ਆਪਾਂ ਨੂੰ ਕੀ ਮਿਲਦਾ ਵਾ। ਅਗੋਚਰ ਤੋਂ ਭਾਵ ਨਾਮ ਦੀ ਪ੍ਰਾਪਤ ਹੋ ਜਾਂਦੀ, ਜਿਹਦੀ ਖਾਤਰ ਸਾਨੂੰ ਇਹ ਮਨੁੱਖਾ ਦੇਹੀ ਮਿਲੀ ਹੈ, ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਸਾਧ ਕੇ ਸੰਗ ਅਗੋਚਰ ਮਿਲੇ, ਸਾਧ ਕੇ ਸੰਗ ਸਦਾ ਪ੍ਰਫੁੱਲੇ। ਉਹਦੀ ਸੰਗਤ 'ਚੋਂ ਗਿਆਨ ਵੱਧਦਾ ਚਲਿਆ ਜਾਂਦਾ ਹੈ, ਪ੍ਰਫੁੱਲਤਾ ਹੁੰਦੀ ਰਹਿੰਦੀ ਹੈ, ਵੱਧਦਾ ਚਲਿਆ ਜਾਂਦਾ। ਜਿਹਨੂੰ ਆਪਾਂ ਗੁਰਬਾਣੀ ਵਿੱਚ ਨਾਨਕ ਨਾਮ ਚੜ੍ਹਦੀ ਕਲਾ ਵੀ ਕਿ, ਚੜ੍ਹਦੀ ਕਲਾ ਤੋਂ ਭਾਵ ਗਿਆਨ ਵੱਧਦਾ ਚਲਿਆ ਜਾਂਦਾ। ਅੱਗੇ ਸਤਿਗੁਰ ਸਮਝਾਉਂਦੇ ਆ, ਸਾਧ ਕੇ ਸੰਗ ਆਵੇ ਵਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਉਸ ਅਵਸਥਾ ਦੇ ਵਿੱਚ ਜਾ ਕੇ ਸਾਨੂੰ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ, ਜਦੋਂ ਇਹ ਪੰਜੇ ਵਸ ਚ ਆ ਜਾਂਦੇ ਨੇ। ਇਹੀ ਤਾਂ ਭਗਤੀ ਹੈ ਭਾਈ, ਇਹੀ ਤਾਂ ਤਿਆਗ ਹੈ। ਜੇ ਸੱਚ ਦੇ ਗਿਆਨ ਨਾਲ ਨਹੀਂ ਬਸ ਆਏ, ਤਾਂ ਹੋਰ ਤਾਂ ਸਾਡੀ ਵਿਧੀ ਨਾਲ ਤਾਂ ਇਹ ਪਏ ਹੋਏ ਨੇ। ਇਹੀ ਤਾਂ ਪ੍ਰਾਪਤੀ ਕਰਨੀ ਆਪਾਂ। ਸਾਧ ਕੇ ਸੰਗ ਆਵੇ ਬਸ ਪੰਚਾ, ਪੰਜੇ ਵਿਕਾਰ ਬਸ 'ਚ ਆ ਜਾਂਦੇ ਆ, ਭਾਵ ਹੁਕਮ 'ਚ ਆ ਜਾਂਦੇ ਆ। ਸਾਧ ਕੇ ਸੰਗ ਅੰਮ੍ਰਿਤ ਰਸ ਪਹੁੰਚਾ, ਫਿਰ ਸਾਨੂੰ ਇਹਦੀ ਪ੍ਰਾਪਤੀ ਹੁੰਦੀ ਹੈ। ਕਿ ਸਤਿਗੁਰ ਕੀ ਸਮਝਾਉਂਦੇ ਆ, ਸਾਧ ਸੰਗ ਹੋਏ ਸਭ ਕੀ ਰੇਣ, ਸਾਧ ਕੇ ਸੰਗ ਮਨੁ ਹਰਿ ਬੈਣ। ਮਨ ਨੂੰ ਹਰਨ ਵਾਲੇ ਇਹ ਬਾਣੀ, ਸਾਧ ਕੇ ਸੰਗ ਹੋਏ ਸਭ ਕੀ ਰੇਣ ਤੋਂ ਭਾਵ ਸਮਦ੍ਰਿਸ਼ਟੀ ਚੋਂ ਵਰਨਾ ਕੋ ਉਪਦੇਸ਼ ਸਾਂਝਾ, ਆਤਮ ਉਪਦੇਸ਼ ਇਕਸ ਪਿਤਾ ਇਕਸ ਕੀ ਹੰਬਾਰ। ਇਹ ਰੇਣ ਹੈ ਭਾਈ, ਗਿਆਨ ਹੈ ਸਾਰਿਆਂ ਖਾਤਰ। ਇਹ ਆਪਾਂ ਪ੍ਰਾਪਤੀ ਕਰਨੀ ਆ। ਜੇ ਬਾਹਰ ਵੀ ਕੋਈ ਹੈ ਗੁਰਸਿੱਖ, ਉਹ ਤੋਂ ਵੀ ਇਹ ਪ੍ਰਾਪਤੀ ਹੋ ਸਕਦੀ ਹੈ। ਜਿਹਨੇ ਇਹ ਪ੍ਰਾਪਤੀ ਪਹਿਲਾਂ ਕੀਤੀ ਹੋਵੇ, ਆਪ ਜਪੇ ਅਵਰੇ ਨਾਮ ਜਪਾਵੇ। ਸੇਵਕ ਕੋ ਸੇਵਾ ਬਣੇ, ਅੱਗੇ ਆਪਾਂ ਨੂੰ ਆ ਜਾਣਾ, ਉਹਨੂੰ ਸੇਵਾ ਪ੍ਰਾਪਤ ਹੁੰਦੀ ਹੈ, ਜਿਹਦੀ ਇਹ ਕਿਰਪਾ ਰਹਿਮਤ ਹੁੰਦੀ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਸਾਧ ਕੇ ਸੰਗ ਨ ਕਤੂ ਧਾਵੈ, ਸਾਧ ਸੰਗ ਅਸਤ ਮਨ ਪਾਵੇ। ਜਦੋਂ ਸਾਨੂੰ ਗਿਆਨ ਵੱਧਦਾ ਚਲਿਆ ਜਾਂਦਾ ਹੈ,
ਮਨ ਬੁੱਧੀ ਟਿਕ ਜਾਂਦੇ ਨੇ, ਥਿਰ ਹੋ ਜਾਂਦੇ ਨੇ, ਅਸਥਿਤ ਜਗ੍ਹਾ 'ਤੇ ਆਪਦੇ ਘਰ ਪਹੁੰਚ ਜਾਂਦੇ ਨੇ। ਸਾਧ ਕੇ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ। ਪ੍ਰਭ ਵੀ ਸੋ ਪ੍ਰਸੰਨ ਤੋਂ ਭਾਵ ਕੁਦਰਤ ਵੀ ਰਹਿਮਤ ਕਰ ਦਿੰਦੀ ਹੈ। ਕੁਦਰਤ ਹਮੇਸ਼ਾ ਹੀ ਦਿਆਵਾਨ ਹੈ। ਅਨੇਕਾਂ ਨਾਂ ਦੇ ਕੇ ਭਗਤ ਗੁਰੂ ਸਾਹਿਬਾਨਾਂ ਨੇ ਗੁਣਵਾਚਕ ਨਾਂ ਨੇ, ਦਿਆਲੂ, ਕਿਰਪਾਲੂ, ਕਰੁਣਾਪਤੇ, ਦੀਨ ਬੰਧੂ, ਸਾਰੇ ਉਹਦੇ ਹੀ ਨਾਂ ਨੇ ਸੱਚ ਦੇ। ਸੱਚ ਦਾ ਗਿਆਨ ਅਸੀਂ ਇਹ ਲੈਣਾ, ਉਹਦੀ ਖਾਤਰ ਤਾਂ ਸਾਨੂੰ ਇਹ ਮਨੁੱਖਾ ਦੇਹੀ ਮਿਲੀ ਹੈ। ਇੱਕ ਪਦਾ ਪੂਰਾ ਹੋ ਗਿਆ, ਹੁਣ ਆਪਾਂ 2 ਪਦੇ ਹੋ ਗਏ, ਤੀਜੇ ਪਦੇ ਦੀ ਆਪਾਂ ਵਿਚਾਰ ਕਰਦੇ ਹਾਂ ਅੱਗੇ। ਸਾਧ ਸੰਗ ਦੁਸ਼ਮਨ ਸਭ ਮੀਤ, ਸਾਧੂ ਕੀ ਸੰਗ ਮਹਾਪਨੀਤ। ਸਤਿਗੁਰ ਸਮਝਾਉਂਦੇ ਨੇ ਜਿਨ੍ਹਾਂ ਨੂੰ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਸੰਸਾਰ 'ਚ ਉਹਨਾਂ ਦਾ ਕੋਈ ਝਗੜਾ ਨਹੀਂ ਰਹਿੰਦਾ। ਭਗਤ ਕਬੀਰ ਜੀ ਵੀ ਸਮਝਾਉਂਦੇ ਆਪਾਂ ਨੂੰ, ਹਿੰਦੂ ਮੁੱਲਾ ਛੋਡੇ ਦੋ, ਹਮਰਾ ਝਗੜਾ ਰਿਹਾ ਨਾ ਕੋ। ਸੰਸਾਰ ਨਾਲੋਂ ਝਗੜਾ ਖਤਮ ਹੋ ਜਾਂਦਾ ਉਹ ਗੁਰਸਿੱਖਾਂ ਦਾ ਜਿਨ੍ਹਾਂ ਨੂੰ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਜਿਹੜੇ ਮਨ ਨੂੰ ਸਾਧ ਲੈਂਦੇ ਨੇ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਈ। ਸਾਧੂ ਕੇ ਸੰਗ ਮਹਾਪਨੀਤ, ਮਹਾਪਨੀਤ ਅਵਸਥਾ 'ਚ ਰਹਿੰਦੇ ਨੇ, ਸੰਸਾਰ ਤੋਂ ਦੂਰ ਚਲੇ ਜਾਂਦੇ ਨੇ। ਸੋਚ ਕਰਕੇ, ਸਰੀਰ ਕਰਕੇ ਇੱਥੇ ਹੀ ਹੁੰਦੇ ਨੇ, ਧਿਆਨ ਕਰਕੇ। ਗੁਰ ਕੇ ਚਰਨ ਆਪਾਂ ਲੈ ਲਈਏ, ਇਹਨਾਂ ਦੇ ਸਭ ਬਾਣੀ ਹੈ, ਗੁਰਚਰਨ ਲਾਗੇ ਦਿਨ ਸੁਭਾਗੇ। ਜਿਸ ਦਿਨ ਆਪਾਂ ਇਹ ਗੁਰਚਰਨਾਂ ਨਾਲ ਆਪਾਂ ਜੁੜੇ, ਉਹ ਸੁਭਾਗੇ ਦਿਨ ਹੋ ਗਏ, ਆਪਣੀ ਕੁਦਰਤ ਦੀ ਰਹਿਮਤ ਹੋ ਗਈ ਆਪਣੇ 'ਤੇ। ਸਮਝ ਲੈਣਾ ਚਾਹੀਦਾ ਵਾ। ਸਾਧ ਕੇ ਸੰਗ ਕਿਸ ਸਿਉ ਨਾਹੀਂ ਵੈਰ, ਸਾਧ ਕੇ ਸੰਗ ਨਾ ਬੀਗਾ ਪੈਰ। ਵੈਰ ਵਿਰੋਧ ਖਤਮ ਹੋ ਜਾਂਦੇ ਨੇ। ਮਾਰ ਗਏ ਭਾਈ ਨਾ ਕੋ ਵੈਰੀ, ਨਹੀਂ ਵਿਗਾਨਾ ਸਗਲ ਸੰਗ ਹਮਕੋ ਬਣਾਈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਸਾਧ ਕੇ ਸੰਗ ਨਾਹੀਂ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ। ਪਰਮਾਨੰਦ ਅਵਸਥਾ 'ਚ ਰਹਿੰਦੇ ਨੇ, ਉਹ ਜਾਣ ਲੈਂਦੇ ਨੇ ਕੋਈ ਮੰਦਾ ਨਹੀਂ ਭਾਈ। ਕੁਦਰਤ ਕੇ ਸਭ ਬੰਦੇ ਏਕ ਨੂਰ ਤੇ, ਸਭ ਜਗ ਉਪਜਿਆ ਕੋ ਭਲੇ ਕੋ ਮੰਦੇ। ਸਾਧ ਕੇ ਸੰਗ ਨਾਹੀਂ ਹੋ ਤਾਪ, ਸਾਧ ਕੇ ਸੰਗ ਤਜੇ ਸਭ ਆਪ। ਆਪਾਂ ਪਿੱਛੇ ਵੀ ਵਿਚਾਰਿਆ ਸੀਗਾ, ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੱਥਾਂ ਸੁਖ ਰਾਸ, ਤਾਂ ਕੋ ਵਿਗਨ ਨਾ ਕੋ ਲਾਗੇ, ਜਾ ਕੀ ਪ੍ਰਭ ਇਹ ਅਰਦਾਸ। ਤਿੰਨੇ ਤਾਪ ਵੀ ਖਤਮ ਹੋ ਜਾਂਦੇ ਨੇ, ਆਦ ਵਿਆਦ ਉਪਾਦ। ਉਪਾਦ ਸੰਸਾਰ ਕਰਕੇ ਅਸੀਂ ਕਲਪਨਾ ਦੇ ਵਿੱਚ ਰਹਿੰਦੇ ਹਾਂ, ਮਾਇਆ ਨੂੰ ਦੇਖ ਕੇ ਇੱਕ ਦੂਜੇ ਦੇ ਅੰਦਰ ਵਿਰੋਧ ਬਣਿਆ ਰਹਿੰਦਾ ਵਾ। ਜੇ ਉਹ ਤੋਂ ਸਾਡਾ ਖਹਿੜਾ ਛੁੱਟਦਾ, ਫਿਰ ਵਿਕਾਰਾਂ ਨਾਲ ਅਸੀਂ ਜੁੜਦੇ ਨੇ, ਵਿਆਦ ਜ਼ਹਿਰ ਦੇ ਵਿੱਚ ਫਸ ਜਾਂਦੇ ਹਾਂ। ਫਿਰ ਸਾਡਾ ਪਹਿਲਾ ਭਰਮ ਆਦ ਰਹਿ ਜਾਂਦਾ ਹੈ, ਉਹ ਆਦ ਸੱਚ ਤੱਕ ਸੱਚ ਦਾ ਦਰਸ਼ਨ ਨਹੀਂ ਹੁੰਦਾ ਹੈ। ਇਹ ਤਿੰਨੇ ਤਾਪ ਵੀ ਖਤਮ ਹੋ ਜਾਂਦੇ ਆ। ਸਾਧ ਕੇ ਸੰਗ ਤਜੇ ਸਭ ਆਪ, ਆਪਦੀ ਮਤ ਦਾ ਤਿਆਗ ਹੋ ਜਾਂਦਾ ਹੈ। ਗੁਰਸ਼ਬਦ ਦੇ ਗਿਆਨ ਨਾਲ ਸਾਡਾ ਸੰਸਾਰ 'ਤੇ ਆਉਣਾ ਸਫਲ ਹੋ ਜਾਂਦਾ ਵਾ। ਆਪੇ ਜਾਣੇ ਸਾਧ ਬੜਾਈ, ਨਾਨਕ ਸਾਧ ਪ੍ਰਭੂ ਬਣਾਈ। ਪ੍ਰਭੂ ਨੂੰ ਉਸ ਅਵਸਥਾ 'ਚ ਜਾ ਕੇ ਸਾਡਾ ਮਿਲਾਪ ਹੁੰਦਾ ਵਾ, ਫਿਰ ਉਹੀ ਜਾਣਦਾ ਬੜਾਈ ਬਾਰੇ, ਦੂਜਾ ਨਹੀਂ ਜਾਣ ਸਕਦਾ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਸਾਧ ਕੇ ਸੰਗ ਨਾ ਕਬੂ ਧਾਵੇ, ਸਾਧ ਕੇ ਸੰਗ ਸਦਾ ਸੁਖ ਪਾਵੇ। ਸੁਖ ਸਾਗਰ ਚਲੇ ਜਾਂਦੇ ਨੇ, ਉਹਨਾਂ ਦਾ ਮਨ ਟਿਕਿਆ ਰਹਿੰਦਾ ਹੈ, ਭੱਜਦਾ ਨਹੀਂ, ਥਿਰ ਰਹਿੰਦਾ ਹੈ। ਸਾਧ ਸੰਗ ਬਸਤ ਅਗੋਚਰ ਲਹੇ, ਸਾਧੂ ਕੇ ਸੰਗ ਅਜਰ ਸਹੇ। ਉਸ ਅਵਸਥਾ ਦੇ ਵਿੱਚ ਜਾ ਕੇ ਸੰਸਾਰੀ ਦੁੱਖ ਵੀ ਸਾਨੂੰ ਆਉਂਦੇ ਆ, ਉਹ ਅਵਸਥਾ ਐਸੀ ਹੁੰਦੀ ਹੈ ਪਤਾ ਹੀ ਨਹੀਂ ਚੱਲਦਾ ਹੈਗਾ। ਸਾਧ ਕੇ ਸੰਗ ਬਸਤ ਅਗੋਚਰ ਲਹੇ, ਨਾਮ ਤੋਂ ਬਾਅਦ ਦੁੱਖ ਸੁੱਖ ਦੋਨੋਂ ਸਮ ਕਰ ਜਾਣੇ, ਮਾਨ ਔਰ ਅਪਮਾਨਾ ਹਰਕ ਸੋਗ ਤੇ ਰਹੇ, ਨਿਆਰਾ ਤਿੰਨ ਜਗ ਤਤ ਬਸਾਨਾ। ਸਮਦ੍ਰਿਸ਼ਟੀ ਵਾਲੀ ਅਵਸਥਾ ਹੁੰਦੀ ਹੈ, ਕੁਦਰਤ ਦੀ ਰਹਿਮਤ ਹੋ ਚੁੱਕੀ ਹੁੰਦੀ ਹੈ। ਉਸ ਅਵਸਥਾ ਦੇ ਵਿੱਚ ਮੰਨੇ ਮੂੰਹ ਚੋਟਾ ਨਾ ਖਾਏ। ਕੋਈ ਸੰਸਾਰੀ ਦੁੱਖ ਵੀ ਆਉਂਦੇ ਹੈ, ਉਹ ਜਾਣ ਲੈਂਦੇ ਨੇ ਗੁਰਸਿੱਖ ਵੀ ਉਹਦੇ ਹੁਕਮ 'ਚ ਹੀ ਆਏ ਨੇ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ, ਸਾਧ ਕੇ ਸੰਗ ਬਸੇ ਥਾਨ ਉੱਚੇ, ਸਾਧੂ ਕੇ ਸੰਗ ਮਹਿਲ ਪਹੁੰਚੇ। ਮਹਿਲ ਆਪਦੇ ਘਰ ਚਲੇ ਜਾਂਦੇ, ਜਿਹਨੂੰ ਬਾਣੀ ਵਿੱਚ ਦੇਵਲੋ ਕਰਕੇ ਆਖਿਆ। ਜਿਵੇਂ ਭਗਤ ਕਬੀਰ ਜੀ ਆਪਾਂ ਨੂੰ ਸਮਝਾ ਰਹੇ, ਮੋਹੇ ਮਰਨੇ ਕਾ ਚਾਓ ਹੈ, ਮਰੂ ਤੋਂ ਹਰ ਕੇ ਦਬਾਰ। ਉੱਥੇ ਕਿਵੇਂ ਪਹੁੰਚਣਾ ਆਪਾਂ? ਉੱਥੇ ਆਪਾਂ ਸ਼ਬਦ ਮਰੇ ਫੁਨ ਜੀਵੇ, ਫਿਰ ਬੋਰ ਨਾ ਮਰਨਾ ਹੋਏ। ਗੁਰ ਸ਼ਬਦ ਦੇ ਗਿਆਨ ਨਾਲ ਜਦੋਂ ਮਨ ਨੂੰ ਸਾਧਿਆ ਜਾਂਦਾ ਵਾ, ਇਹਦੀ ਜਿਹੜੀ ਇੱਛਾ ਦਾ ਤਿਆਗ ਹੋ ਜਾਂਦਾ ਹੈ, ਉਹੀ ਅਵਸਥਾ ਮ੍ਰਿਤੂ ਹੈ। ਉਹਨੂੰ ਮਰਨਾ ਆਖਿਆ ਬਾਣੀ ਵਿੱਚ। ਉਹ ਫਿਰ ਮਰ ਕੇ ਜਿਉਂਦਾ ਹੋ ਜਾਂਦਾ ਹੈ ਨਾਮ ਨਾਲ। ਉਹੀ ਸਤਿਗੁਰ ਸਮਝਾਉਂਦੇ ਨੇ, ਸਾਧ ਕੇ ਸੰਗ ਬਸੇ ਥਾਨ ਉੱਚੇ, ਸਾਧੂ ਕੇ ਸੰਗ ਮਹਿਲ ਪਹੁੰਚੇ। ਇੱਕ ਹੋ ਜਾਂਦੇ ਨੇ, ਉਸ ਤੋਂ ਬਾਅਦ ਸਾਨੂੰ ਨਾਮ ਦਾ ਦਰਸ਼ਨ ਹੁੰਦਾ ਹੈ। ਇਸ ਅਵਸਥਾ ਤੱਕ ਆਪਾਂ ਨੂੰ 2 ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਪਹਿਲਾਂ ਗੁਰ ਗਿਆਨ ਪਦਾਰਥ ਨਾਮ ਹੈ, ਫਿਰ ਨਾਲ ਹੀ ਮੁਕਤੀ ਮਿਲ ਜਾਂਦੀ ਹੈ, ਮਨ ਸੰਤੋਖ 'ਚ ਆ ਜਾਂਦਾ ਹੈ। ਇਹ ਦੇਵ ਲੋਕ ਆਪਣੀ ਅਵਸਥਾ 'ਚ ਬਣੇ ਰਹਿੰਦੇ ਨੇ, ਗੁਰ ਦੇ ਚਰਨਾਂ ਨਾਲ ਜੁੜੇ ਰਹਿੰਦੇ ਨੇ। ਸਾਧ ਕੇ ਸੰਗ ਦ੍ਰਿੜੇ ਸਭ ਧਰਮ, ਸਾਧ ਕੇ ਸੰਗ ਕੇਵਲ ਪਾਰ ਬ੍ਰਹਮ ਨਾਲ ਹੁਕਮ ਨਾਲ ਜੁੜੇ ਰਹਿੰਦੇ ਨੇ। ਦ੍ਰਿੜ ਲੈਂਦੇ, ਪੱਕਾ ਕਰ ਲੈਂਦੇ ਨੇ, ਸਭ ਧਰਮਾਂ ਨੂੰ ਸਮਝ ਲੈਂਦੇ ਨੇ। ਧਰਮ ਕੀ ਹੈ, ਆਪਣਾ ਧਰਮ ਕੀ ਹੈ? ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਬੜ ਭਾਗੀ ਭਾਵੇ। ਇਹ ਵੱਡੇ ਭਾਗਾਂ ਨਾਲ ਭਾਈ ਪ੍ਰਾਪਤ ਹੁੰਦੀ ਹੈ। ਧਰਮ ਗਿਆਨ ਆਪਾਂ ਲੈਣਾ ਹੈ, ਆਤਮਾ ਨੇ ਚੜ੍ਹਨਾ ਹੈ ਪੌੜੀ। ਸਾਧ ਕੇ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੇ ਕਰਵਾਨ। ਉਸ ਅਵਸਥਾ ਦੇ ਵਿੱਚ ਜਾ ਕੇ ਨਾਮ ਦਾ ਦਰਸ਼ਨ ਹੁੰਦਾ। ਨਾਮ ਕੀ ਹੈ? ਹੁਕਮ। ਨਾਮੇ ਹੀ ਉਤਪਤ, ਨਾਮੇ ਹੀ ਪਰਲੋ। ਨਾਮ ਨੇ ਸ੍ਰਿਸ਼ਟੀ ਪੈਦਾ ਹੁੰਦੀ ਹੈ, ਨਾਮ ਨੇ ਸਮਾਪਤੀ ਹੁੰਦੀ ਹੈ।
ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਉਸ ਅਵਸਥਾ ਜਾ ਕੇ ਸਾਨੂੰ ਸਮਝ ਆਉਂਦੀ ਹੈ ਕਿ ਨਾਮ ਕੀ ਹੈ। ਨਾਮ ਦਾ ਦਰਸ਼ਨ ਹੁੰਦਾ ਹੈ, ਆਪਣਾ ਤੀਆ ਪਦਾਰਥ ਹੈ। ਜਦੋਂ ਅਸੀਂ ਨਾਮ 'ਚ ਹੁਕਮ 'ਚ ਲੈ ਹੋ ਜਾਂਦੇ ਹਾਂ, ਸੰਸਾਰ ਤੋਂ ਸਾਡਾ ਛੁਟਕਾਰਾ ਹੁੰਦਾ ਹੈ, ਸਰੀਰ ਤੋਂ ਵੀ। ਫਿਰ ਸਾਡਾ ਜਨਮ ਹੁੰਦਾ, ਉਹ ਚੌਥਾ ਪਦਾਰਥ ਹੈ। ਆਪਾਂ ਪਿੱਛੇ ਵਿਚਾਰ ਕੀਤੀ ਸੀ, 4 ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ। ਇਹ ਆਪਾਂ ਪ੍ਰਾਪਤੀ ਕਰਨੀ ਹੈ ਭਾਈ। ਇਹ ਪ੍ਰਾਪਤੀ ਤਾਂ ਹੋਊਗੀ ਆਪਾਂ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਾਂਗੇ, ਬਾਣੀ ਨੂੰ ਸਤ ਕਰਕੇ ਮੰਨਾਂਗੇ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ, ਗੁਰ ਸਿੱਖੋ ਕਰਤਾ ਮੁਖੋਂ ਆਪ ਕਢਾਵੇ। ਕਰਤੇ ਪੁਰਖ ਦੀ ਬਾਣੀ ਹੈ, ਕਰਤੇ ਪੁਰਖ ਦਾ ਜਸ ਹੈ। ਆਪਾਂ ਰਹਿ ਰਸ ਵੀ ਰੋਜ਼ ਪੜ੍ਹਦੇ ਹਾਂ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਸ ਕਰਨਾ ਸੋ ਕਰ ਰਿਹਾ। ਉਸ ਅਵਸਥਾ 'ਚ ਜਾ ਕੇ ਮਨ ਬੁੱਧੀ ਜਿਹੜੇ ਹੁਕਮ 'ਚ ਹੁੰਦੇ ਨੇ, ਉਸ ਅਵਸਥਾ ਦੇ ਵਿੱਚ ਇਹ ਕਿਹਾ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਏ। ਅੱਗੇ ਸਤਿਗੁਰ ਕੀ ਸਮਝਾਉਂਦੇ, ਸਾਧ ਕੇ ਸੰਗ ਸਭ ਕੁੱਲ ਉਧਾਰੇ, ਸਾਧ ਸੰਗ ਸਾਜਨ ਮੀਤ ਕੁਟੁੰਬ ਨਿਸਤਾਰੇ। ਕੁੱਲਾਂ ਜਿਹੜੀਆਂ ਹੈਗੀਆਂ ਸਾਡੀਆਂ ਮਾਇਆ ਵਿੱਚ ਰਹਿ ਜਾਂਦੀਆਂ ਨੇ, ਖਾਨਦਾਨ ਦੀਆਂ ਕੁੱਲਾਂ, ਉੱਥੇ ਕੁੱਲ ਨਹੀਂ, ਉਹ ਕੁੱਲ ਹੈ। ਆਤਮਾ ਕੁੱਲ ਤੋਂ ਪਰੇ ਹੈ, ਪਰ ਜਿਹਨਾਂ ਨੂੰ ਇਹ ਪ੍ਰਾਪਤੀ ਹੋ ਜਾਂਦੀ ਹੈ, ਸਾਰੇ ਕੁੱਲਾਂ ਦਾ ਮਤਲਬ ਭਾਵ ਕਿਸੇ ਮਤ ਦਾ ਵੀ ਹੋਵੇ, ਉਹਦਾ ਆਧਾਰ ਹੋ ਸਕਦਾ ਵਾ। ਜਿੱਥੇ ਉਹ ਗੁਰਸਿੱਖ ਬਹਿੰਦੇ ਨੇ, ਜਿਨ੍ਹਾਂ ਨੂੰ ਇਹ ਸਾਧ ਸੰਗਤ ਪ੍ਰਾਪਤ ਹੁੰਦੀ ਹੈ, ਜਿਹਨਾਂ ਦੀ ਮਨ ਬੁੱਧੀ ਇੱਕ ਹੋ ਜਾਂਦੇ ਨੇ, ਸਾਧ ਸੰਗ ਸਾਜਨ ਮੀਤ ਕੁਟੁੰਬ ਨਿਸਤਾਰੇ, ਉਹਨਾਂ ਦਾ ਵੀ ਨਿਸਤਾਰਾ ਹੋ ਜਾਂਦਾ ਹੈ। ਨਿਸਤਾਰਾ ਭਾਵ ਇਹ ਰਾਤ ਸੰਸਾਰ 'ਚ ਉਹਨਾਂ ਦਾ ਛੁਟਕਾਰਾ ਹੋ ਜਾਂਦਾ ਵਾ। ਸਾਧੂ ਕੇ ਸੰਗ ਸੋ ਤਨ ਭਾਵੇ, ਜਿਸ ਤਨ 'ਤੇ ਸਭ ਕੋ ਬਰਸਾਵੇ। ਸਤਿਗੁਰ ਸਮਝਾਉਂਦੇ ਨੇ, ਉਹ ਗੁਰਸਿੱਖ ਜਿਹੜੇ ਪ੍ਰਾਪਤੀ ਕਰਦੇ ਨੇ, ਨਾਮ ਤਾਂ ਅੰਦਰੋਂ ਹੀ ਮਿਲਣਾ ਸਾਨੂੰ, ਆਪਾਂ ਨੂੰ ਅੱਗੇ ਆਪਾਂ ਨੂੰ ਆ ਜਾਣਾ ਵਾ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਤੇਹੀ ਮੇਂ ਇਸਕਾ ਬਸ਼ਰਾਮ। ਜਿਹਨਾਂ ਨੂੰ ਇਹ ਪ੍ਰਾਪਤੀ ਹੁੰਦੀ ਹੈ, ਉਹ ਫਿਰ ਦੂਏ ਨੂੰ ਸਮਝਾਉਂਦੇ ਨੇ, ਉਹੀ ਸੇਵਾ ਭਾਈ। ਸਤਿਗੁਰ ਕੀ ਸੇਵਾ ਸਫਲ ਹੈ, ਏਕੋ ਕਰੇ ਚਿਤ ਲਾਏ, ਮਨ ਚਿੰਦਿਆਂ ਫਲ ਪਾਵਣਾ, ਵਿੱਚੋਂ ਹਉਮੈ ਜਾਏ। ਹਉਮੈ ਦੀ ਸਮਾਪਤੀ ਹੋ ਜਾਂਦੀ ਹੈ, ਸੰਸਾਰ 'ਚੋਂ ਛੁਟਕਾਰਾ ਹੁੰਦਾ। ਜਿੰਨਾ ਕੁ ਉਹਨਾਂ ਨੂੰ ਪ੍ਰਾਪਤੀ ਗਿਆਨ ਅੰਦਰੋਂ ਹੁੰਦਾ, ਉਹਨਾਂ ਕੁ ਬਾਹਰ ਬਰਸਾਵੇ ਤੋਂ ਭਾਵ ਉਹਨਾਂ ਦੂਏ ਸੰਗਤ ਨੂੰ ਦਿੰਦੇ ਨੇ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੇ ਸੰਗ ਸੋਭਾ ਸੁਰਦੇਵਾ। ਸੁਰਦੇਵ ਭਾਵ ਪਹਿਲਾਂ ਮਨ ਦੀ ਵਿਚਾਰ ਨੂੰ ਸਮਝ ਲਈ ਆਪਾਂ। ਜਦੋਂ ਮਾਇਆ ਨਾਲ ਮਨ ਜੁੜਿਆ ਹੁੰਦਾ, ਉਹਨੂੰ ਇਹ ਸੁਰ ਕਹਿੰਦੇ ਨੇ। ਦੈਂਤ ਜਦੋਂ ਗੁਰਸ਼ਬਦ ਦੇ ਗਿਆਨ ਨਾਲ, ਜਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁਧ। ਇਹਦੀ ਸੁਰ ਮਿਲਾਈ ਜਾਂਦੀ ਹੈ, ਅਸੁਰ ਤੋਂ ਫਿਰ ਇਹ ਸੁਰ ਹੋ ਜਾਂਦਾ ਹੈ, ਅੰਤਰਾਤਮਾ ਦੇਵ ਨਾਲ ਇੱਕ ਹੋ ਜਾਂਦਾ ਵਾ। ਸਾਧ ਕੇ ਸੰਗ ਪਾਪ ਪਲੈਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਉਸ ਅਵਸਥਾ ਦੇ ਵਿੱਚ ਸਾਧ ਸੰਗਤ ਦੇ ਫਿਰ ਅੰਮ੍ਰਿਤ ਗੁਣ ਗਾਏ ਜਾਂਦੇ ਨੇ ਹਰੀ ਦੇ। ਪਾਪ ਪਲੈਨ ਤੋਂ ਭਾਵ ਬੁਰਾਈਆਂ ਦੀ ਸਮਾਪਤੀ ਹੋ ਜਾਂਦੀ ਹੈ। ਸਾਧ ਕੇ ਸੰਗ ਸਰਬ ਥਾਨ ਗਮ, ਨਾਨਕ ਸਾਧ ਕੇ ਸੰਗ ਸਫਲ ਜਨ। ਉਹਨਾਂ ਦਾ ਸੰਸਾਰ 'ਤੇ ਆਉਣਾ ਸਫਲ ਹੋ ਜਾਂਦਾ, ਉਹ ਗੁਰਸਿੱਖਾਂ ਦਾ। ਉਹ ਸਾਰੇ ਗਮਨ ਕਰ ਜਾਂਦੇ ਨੇ। ਇਹ ਦਿਵ ਦ੍ਰਿਸ਼ਟੀ ਹੈ ਭਾਈ ਬਾਣੀ। ਜਿੱਥੇ ਅਸੀਂ ਆਪਣੀ ਮਨ ਬੁੱਧੀ ਨਾਲ ਨਹੀਂ ਪਹੁੰਚ ਸਕਦੇ, ਮਾਇਆ ਪਾਰ ਕਰ ਸਕਦੇ, ਉਹ ਗੁਰ ਕੀ ਮਤ ਨਾਲ ਸਾਨੂੰ ਇਸ ਪ੍ਰਾਪਤੀ ਹੋ ਜਾਂਦੀ ਹੈ। ਗੁਰ ਕੀ ਮਤ ਕੀ ਹੈ? ਗਿਆਨ ਮਤ। ਇਹ ਸਾਡੀ ਸ਼ੁਰੂਆਤ ਹੈ ਜੀਵਨ ਦੀ, ਆਤਮਿਕ ਸਫ਼ਰ ਸ਼ੁਰੂ ਹੁੰਦਾ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਸਾਧ ਕੇ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਦਰਸ਼ਨ ਬੁੱਧੀ ਮਨ ਕਰ ਲੈਂਦੇ ਨੇ, ਨਿਹਾਲ ਹੋ ਜਾਂਦੇ ਨੇ, ਘਾਲ ਖਤਮ ਹੋ ਜਾਂਦੀ ਹੈ, ਭਾਵ ਜੰਮਣ ਮਨ ਸਾਡਾ ਕੱਟਿਆ ਜਾਂਦਾ। ਪਰ ਉਸ ਲੋਕ ਵੀ ਵਿਚਾਰਦੇ ਆ, ਜਿਨੀ ਨਾਮ ਧਿਆਇਆ ਗਈ ਮਸਕਤ ਘਾਲ। ਮਸਕਤ ਸੰਸਾਰ 'ਚ ਉਹਨਾਂ ਦਾ ਖਹਿੜਾ ਛੁੱਟ ਜਾਂਦਾ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਨਾਲ ਮਨ ਬੁੱਧੀ ਨੂੰ ਦਰਸ਼ਨ ਹੋ ਜਾਂਦਾ, ਉਜਲ ਹੋ ਜਾਂਦੇ ਨੇ, ਸਾਰਾ ਹੀ ਚਾਨਣ ਹੋ ਜਾਂਦਾ। ਜਾਂ ਪਰ ਰਵਿਦਾਸ ਜੀ ਦਾ ਸ਼ਬਦ ਲਈਏ, ਨਾਮ ਤੇਰੇ ਕੀ ਜੋਤ ਲਗਾਈ। ਨਾਮ ਗਿਆਨ ਰੋਸ਼ਨੀ ਦੇ ਵਿੱਚ ਪਇਓ ਯਾਰੋ ਸਗਲ ਭਵਨਾਰੇ। ਭਵਨ ਭਾਵ ਜਿੱਥੇ ਜਿੱਥੇ ਆਤਮਾ ਆਉਂਦੀ ਹੈ, ਜੰਮਣ ਮਰਨ ਕੀ ਹੈ, ਕਿਵੇਂ ਜੀਵ ਆਉਂਦਾ ਹੈ, ਕਿਵੇਂ ਜਾਂਦਾ, ਸਾਰੀ ਖੇਡ ਸਮਝ ਆ ਜਾਂਦੀ ਹੈ। ਉਹੀ ਤਾਂ ਸੈਂਟਰ ਕਿਹਾ ਹੈ ਭਗਤ ਕਬੀਰ ਜੀ ਨੇ ਉਹਨੂੰ, ਉਹੀ ਦਰ ਕਿਹਾ, ਉਹਦਾ 10ਵਾਂ ਦਵਾਰ ਕਿਹਾ। ਉੱਥੇ ਬਹਿ ਕੇ ਆਪਣੀ ਇਹ ਭਗਤੀ ਸ਼ੁਰੂ ਹੋਣੀ ਆ, ਉੱਥੇ ਬਹਿ ਕੇ ਉਹਦਾ ਜਸ ਕੀਤਾ ਜਾਂਦਾ। ਉਹਨੂੰ ਦੇਵਲੋਕ ਕਿਹਾ ਬਾਣੀ ਵਿੱਚ। ਸਾਧ ਕੇ ਸੰਗ ਕਲੂਖਤ ਹਰੈ, ਸਾਧ ਕੇ ਸੰਗ ਨਰਕ ਪਰੇ ਹਰੇ। ਨਰਕ ਸੰਸਾਰ ਤੋਂ ਉਹਦਾ ਖਹਿੜਾ ਛੁੱਟ ਜਾਂਦਾ ਹੈ। ਜਿੰਨੇ ਵੀ ਕਲੂਖਤ ਅਸੀਂ ਗਲਤੀਆਂ ਕੀਤੀਆਂ, ਸਾਡੀਆਂ ਸੰਸਾਰੀ ਪ੍ਰਾਸਤ ਹੋ ਜਾਂਦੀਆਂ ਨੇ। ਹਰ ਕਾ ਨਾਮ ਕੋਟ ਪਾਪ ਹਰੇ। ਹਰ ਦਾ ਨਾਮ ਐਸਾ ਹੈ, ਕਰੋੜਾਂ ਪਾਪਾਂ ਦਾ ਸਾਡਾ ਜਿਹੜਾ ਹੈ ਖੁਲਾਸਾ ਖਤਮ ਹੋ ਜਾਂਦਾ ਹੈ, ਛੁਟਕਾਰਾ ਹੋ ਜਾਂਦਾ ਸਾਡਾ। ਸਾਧ ਕੇ ਸੰਗ ਇਹਾਂ ਉਹਾਂ ਸਹੇਲਾ, ਸਾਧ ਸੰਗ ਬਿਸਰਤ ਹਰ ਮੇਲਾ। ਹਰ ਤੋਂ ਆਤਮਾ ਵਿਛੜ ਗਈ ਸੀ, ਹਰ ਬਿਸਰਤ ਸਦਾ ਖੁਆਰੀ। ਪਰਮੇਸ਼ਰ ਤੋਂ ਭੁੱਲਿਆਂ ਵਿਆਪਣ ਸਵੇ ਰੋਗ। ਉਹ ਸਾਨੂੰ ਜਿਹੜੀ ਹੈਗੀ ਹੈ ਅਵਸਥਾ ਪ੍ਰਾਪਤ ਹੁੰਦੀ ਹੈ। ਜਿਹੜੀ ਸਾਡੀ ਇਹ ਅਵਸਥਾ ਹੁੰਦੀ ਹੈ ਭੁੱਲਿਆਂ ਖੁਆਰੀ ਦੀ, ਉਹ ਖਤਮ ਹੋ ਜਾਂਦੀ ਹੈ। ਇੱਥੇ ਮਿਲਾਪ ਹੁੰਦਾ ਹੈ। ਸਾਧ ਸੰਗ ਬਿਸਰਤ ਹਰ ਮੇਲਾ। ਸੱਚ ਦੇ ਗਿਆਨ ਨਾਲ ਹਰੀ ਦਾ ਫਿਰ ਦਰਸ਼ਨ ਹੋ ਜਾਂਦਾ। ਜੋ ਇੱਛਾ ਹੈ ਸੋਈ ਫਲ ਪਾਵੇ, ਸਾਧ ਕੇ ਸੰਗ ਨਾ ਬਿਰਥਾ ਜਾਵੇ। ਸਤਿਗੁਰ ਸਮਝਾਉਂਦੇ ਨੇ, ਜੋ ਵੀ ਕੋਈ ਵੀ ਗੁਰਸਿੱਖ ਚਹੁੰ ਵਰਨਾ ਕੋ ਉਪਦੇਸ ਸਾਂਝਾ। ਕੋਈ ਵੀ ਗੁਰਸਿੱਖ ਗੁਰਸ਼ਬਦ ਦਾ ਗਿਆਨ ਲੈ ਕੇ ਇੱਛਾ ਕਰੂ,
ਉਹਦਾ ਇਹ ਘਾਲ ਕਮਾਈ ਬਿਰਥੀ ਨਹੀਂ ਜਾਊਗੀ। ਆਪਾਂ ਨੂੰ ਬਚਨ ਹੈ ਸਤਿਗੁਰਾਂ ਦੇ, ਸੋ ਕਿਉਂ ਵਿਸਰੇ ਜੋ ਘਾਲ ਨਾ ਪਾਣੇ ਭਾਈ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰਦੇ ਰਹੀਏ, ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ, ਸਾਨੂੰ ਵੀ ਇਹ ਪ੍ਰਾਪਤੀ ਹੋਵੇ। ਪਾਰ ਬ੍ਰਹਮ ਸਾਧ ਰਿਦ ਬਸੇ, ਨਾਨਕ ਉਦਰੇ ਸਾਧ ਸੁਨ ਰਸੇ। ਉਹ ਐਸਾ ਗਿਆਨ, ਉਹਨੂੰ ਸੰਤ ਧੂਰ ਕਿਹਾ ਗਿਆ ਬਾਣੀ ਵਿੱਚ। ਸੰਤ ਧੂਰ ਪਾਈਏ ਬੜ ਭਾਗੀ। ਪਾਰ ਬ੍ਰਹਮ ਹੁਕਮ ਭਾਵ ਉਹ ਆਤਮਾ ਦੇ ਹਿਰਦੇ 'ਚ ਪ੍ਰਗਟ ਹੋ ਜਾਂਦਾ ਹੈ। ਉਹ ਨਾਮ ਰੂਪੀ ਰਸ ਸੰਸਾਰ ਨੂੰ ਦਿੰਦੇ ਨੇ। ਪਿੱਛੇ ਵੀ ਆਪਾਂ ਵਿਚਾਰਿਆ, ਸੋ ਤਨ ਸਾਧ ਕੇ ਸੰਗ ਸੋ ਤਨ ਪਾਵੇ, ਜਿਸ ਧਨ 'ਤੇ ਸਭ ਕੋ ਬਰਸਾਵੇ। ਇਹ ਵੀ ਉਹੀ ਗੱਲ ਹੈ ਭਾਈ, ਉਹਦੀ ਰਸਨਾ ਬੁੱਧੀ ਅਤੇ ਕੁਦਰਤ ਦਾ ਜਸ ਉਚਾਰਨ ਹੁੰਦਾ ਹੈ ਕਿ ਸਤਿਗੁਰ ਕੀ ਸਮਝਾਉਂਦੇ ਆ। ਸਾਧ ਕੇ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ। ਉਸ ਅਵਸਥਾ 'ਚ ਜਾ ਕੇ ਹੀ ਨਾਮ ਦੀ ਸਮਝ ਆਉਂਦੀ ਹੈ। ਉਸ ਅਵਸਥਾ ਦੇ ਵਿੱਚ ਜਾ ਕੇ ਹਰੀ ਦੇ ਗੁਣ ਗਾਏ ਜਾਂਦੇ। ਬਾਣੀ ਹਰ ਕਥਾ ਹੈ ਸਭ ਤੇ ਉੱਤਮ, ਹਰ ਕੀ ਕਥਾ ਨਾਮ ਸੁਣਤ ਦਰ ਦੁੱਖ ਲੱਥਾ। ਜਿਹੜੇ ਇਹਨੂੰ ਸੁਣਦੇ ਵਿਚਾਰਦੇ ਰਹਿਣਗੇ ਅਮਰ ਹੋ ਜਾਣਗੇ, ਸੰਸਾਰ ਤੋਂ ਦਾ ਛੁਟਕਾਰਾ ਹੋਊਗਾ। ਸਾਧ ਕੇ ਸੰਗ ਨਾ ਮਨ ਤੇ ਵਿਸਰੇ, ਸਾਧ ਸੰਗ ਸਰ ਪਰ ਨਿਸਤਰੇ। ਮਨ ਤੋਂ ਵਿਸਰਦਾ ਹੀ ਨਹੀਂ, ਮਨ ਬੁੱਧੀ ਇੱਕ ਹੋ ਜਾਂਦੇ ਨੇ। ਗੁਰਚਰਨ ਲੱਗੇ ਦਿਨ ਸੁਭਾਗੇ, ਆਪਾਂ ਪਿੱਛੇ ਵਿਚਾਰਿਆ। ਗੁਰਚਰਨ ਬਾਣੀ ਸ਼ਬਦ ਦਾ ਗਿਆਨ ਸਾਨੂੰ ਸੰਸਾਰ 'ਚੋਂ ਛੁਟਕਾਰਾ ਦਵਾ ਦਿੰਦਾ ਹੈ। ਪਾਰੋ ਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਮਨ ਤੋਂ ਵਿਛੜਦਾ ਨਹੀਂ, ਇੱਕ ਹੋ ਜਾਂਦੇ ਨੇ। ਸਰ ਪਰ ਨਿਸਤਰੇ ਹੈ, ਸੰਸਾਰੀ ਰਾਤ ਸਾਡੇ ਜੀਵਨ ਦੀ ਖਤਮ ਹੋ ਜਾਂਦੀ ਹੈ। ਸਾਧ ਕੇ ਸੰਗ ਲੱਗੇ ਪ੍ਰਭ ਮੀਠਾ, ਸਾਧੂ ਕੇ ਸੰਗ ਘਟ ਘਟ ਢੀਠਾ। ਉਹ ਗੁਰਸਿੱਖ ਸਾਰਿਆਂ ਵਿੱਚ ਕੁਦਰਤ ਨੂੰ ਦੇਖਦੇ ਨੇ। ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜੁਗ ਉਪਜਿਆ। ਉਹ ਅਵਸਥਾ ਬਣ ਜਾਂਦੀ ਹੈ ਸਮਦ੍ਰਿਸ਼ਟੀ ਵਾਲੀ। ਸਾਧੂ ਕੇ ਸੰਗ ਘਟ ਘਟ ਢੀਠਾ, ਸਾਧ ਸੰਗ ਪਏ ਆਗਿਆਕਾਰੀ, ਸਾਧ ਸੰਗਤ ਪਈ ਹਮਾਰੀ। ਫਿਰ ਬੁੱਧੀ ਦੀ ਗਤੀ ਹੁੰਦੀ ਹੈ। ਆਪਾਂ ਉੱਥੋਂ ਪਹਿਲਾਂ ਕਿਰਾਏ ਪੈ ਜਾਂਦੇ ਹਾਂ। ਸਰੀਰ ਕਰਕੇ ਜੋ ਭਗਤੀਆਂ ਕਰਦੇ ਹਾਂ, ਸਰੀਰ ਕਰਕੇ ਆਪਾਂ ਪੂਰਨ ਮੰਨੀ ਬੈਠੇ ਹਾਂ। ਉਹ ਸਰੀਰ ਦੀ ਗਤੀ ਆਪਾਂ ਕਰਦੇ, ਉਹ ਕਿਰਿਆ ਹੁੰਦੀ ਹੈ। ਇਹ ਗਤੀ ਆਤਮਾ ਦੀ ਹੋਣੀ ਹੈ। ਗਤੀ ਕੀ ਹੁੰਦੀ ਹੈ? ਜਦੋਂ ਗੁਰਸ਼ਬਦ 'ਚੋਂ ਗਿਆਨ ਹੁੰਦਾ ਹੈ, ਮਨ ਬੁੱਧੀ ਪ੍ਰਕਾਸ਼ ਗਿਆਨ ਰੂਪੀ ਸ਼ਕਤੀ ਪ੍ਰਾਪਤ ਕਰ ਲੈਂਦੇ ਨੇ। ਅੰਤਰ ਹੋਏ ਗਿਆਨ ਪ੍ਰਗਾਸ ਸਥਾਨ ਕਾ ਨਹੀਂ ਵਿਨਾਸ਼। ਉਹਨਾਂ ਜੰਮਣ ਮਨ ਕੱਟਿਆ ਜਾਂਦਾ। ਇਹੀ ਗਤੀ ਆਤਮਾ ਪ੍ਰਾਤਮਾ ਦੇ ਦਰਸ਼ਨ ਕਰ ਲੈਂਦੀ ਹੈ। ਉਸ ਅਵਸਥਾ ਦੇ ਵਿੱਚ ਮਨ ਆਗਿਆ 'ਚ ਰਹਿੰਦਾ ਹੈ। ਸਾਧ ਸੰਗਤ ਪਈ ਹਮਾਰੀ, ਆਪਾਂ ਇਹ ਪ੍ਰਾਪਤੀ ਕਰਨੀ। ਸਤਿਗੁਰ ਵੀ ਆਪਾਂ ਨੂੰ ਇਹੀ ਸਮਝਾ ਰਹੇ ਨੇ। ਇਹ ਗਤੀ ਹੋਣੀ ਆਤਮਾ ਦੀ, ਆਪਾਂ ਸਰੀਰ ਦੀ ਕਰਦੇ ਹਾਂ। ਸਾਧ ਕੇ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ। ਕੁਦਰਤ ਦੀ ਕਿਰਪਾ ਰਹਿਮਤ ਹੋ ਜਾਵੇ, ਸੰਜੋਗ ਤਾਈਓ ਸਾਡਾ ਇਹ ਮਿਲਾਪ ਹੁੰਦਾ ਹੈ ਗੁਰਸਿੱਖ ਨਾਲ ਵੀ ਜਾਂ ਬਾਣੀ ਨਾਲ ਵੀ। ਰੋਗ ਸਾਰੇ ਖਤਮ ਹੋ ਜਾਂਦੇ। ਰੋਗ ਕੀ ਨੇ? ਇਹਨੂੰ 84 ਲੱਖ ਜੂਨੀ, ਉਹ ਸਾਰੇ ਖਤਮ ਹੋ ਜਾਂਦੇ ਨੇ। ਜੰਮਣ ਮਰਨੇ ਦਾ ਕੱਟਿਆ ਜਾਂਦਾ ਹੈ। ਨਾਮ ਹੁਕਮ ਦਾ ਭਾਵ ਦਰਸ਼ਨ ਹੋ ਜਾਂਦਾ। ਦਰਸ਼ਨ ਪਰਸੀਏ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਸਾਧ ਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਤੇਤਾ ਬਖਿਆਨੇ। ਜਿੰਨੇ ਵੀ ਧਰਮ ਗ੍ਰੰਥ ਨੇ, ਗੁਰੂ ਗ੍ਰੰਥ ਸਾਹਿਬ ਵੇਦ ਜਿੰਨੇ ਵੀ ਇਹਦੇ ਵਿੱਚ ਆਪਾਂ ਨੂੰ ਸਤਿਗੁਰਾਂ ਨੇ ਸਮਝਾਇਆ, ਉਹਨਾਂ ਕੀ ਆਪਾਂ ਵਿਚਾਰ ਕੇ ਬਿਆਨ ਕਰ ਸਕਦੇ ਹਾਂ, ਉਹਨਾਂ ਹੀ ਵਿਖਿਆਨ ਕਰ ਸਕਦੇ ਹਾਂ। ਸਾਧ ਕੀ ਉਪਮਾ ਤਹਿ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਤਿੰਨ ਗੁਣ ਮਾਇਆ ਦੇ, ਰਜਗੁਣ ਸਤਗੁਣ ਤਮ ਗੁਣ ਕਹੀਏ, ਇਹ ਸਭ ਤੇਰੀ ਮਾਇਆ। ਚੌਥੇ ਪਦ ਕੋ ਜੋ ਨਰ ਚੀਨੇ, ਤਿੰਨ ਹੀ ਪਰਮ ਪਦ ਪਾਇਆ। ਜਿਹੜੇ ਮਨ ਨੂੰ ਸਾਧ ਲੈਂਦੇ ਨੇ, ਇਹ ਤਿੰਨ ਗੁਣਾਂ ਤੋਂ ਦੂਰ ਚਲੇ ਜਾਂਦੇ ਨੇ। ਮਾਇਆ ਤੋਂ ਉਹਨਾਂ ਦਾ ਧਿਆਨ ਪਰੇ ਚਲੇ ਜਾਂਦਾ ਹੈ, ਹਰ ਦੇ ਚਰਨਾਂ 'ਚ ਪਹੁੰਚ ਜਾਂਦੇ ਨੇ। ਸਾਧ ਕੀ ਉਪਮਾ ਰਹੀ ਭਰਪੂਰ, ਉਹ ਸਰਬ ਵਿਆਪੀ ਸ਼ਕਤੀ ਹੈ। ਹੁਕਮ ਰਾਹੀਂ ਸਰਬ ਵਿਆਪੀ ਹੈ। ਹੁਕਮ ਦਾ ਆਪਾਂ ਦਰਸ਼ਨ ਕਰਨ ਆਏ ਹਾਂ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਸਾਧ ਕੀ ਸੋਭਾ ਕਾ ਨਾਹੀਂ ਅੰਤ, ਸਾਧ ਕੀ ਸੋਭਾ ਸਦਾ ਬੇਅੰਤ। ਬੇਅੰਤ ਕਹਿ ਕੇ ਛੁਟਕਾਰਾ ਪਾਉਣਾ ਆਪਾਂ, ਜਿੱਥੇ ਆਪਾਂ ਨਹੀਂ ਸਮਝਾ ਸਕਦੇ। ਜਿੰਨੀ ਕੁ ਬੁੱਧੀ ਆਪਾਂ ਉਨੇ ਬਿਆਨ ਕਰ ਸਕਦੇ ਹਾਂ। ਉਹੀ ਸਤਿਗੁਰ ਸਮਝਾਉਂਦੇ ਨੇ, ਸਾਧ ਕੀ ਸੋਭਾ ਕਾ ਨਾਹੀਂ ਅੰਤ। ਅਨੇਕਾਂ ਉਪਦੇਸ਼ ਦੇ ਕੇ ਆਪਾਂ ਨੂੰ ਸਮਝਾਇਆ। ਸਾਧ ਕੀ ਸੋਭਾ ਊਚ ਤੇ ਉੱਚੀ, ਸਾਧ ਕੀ ਸੋਭਾ ਮੂਚ ਤੇ ਮੂਚੀ। ਆਪਾਂ ਇਹੀ ਕਹਿ ਸਕਦੇ ਹਾਂ ਭਾਈ, ਗੁਰਸ਼ਬਦ ਦੇ ਗਿਆਨ ਤੋਂ ਕੁਦਰਤ ਬਹੁਤ ਵੱਡੀ ਹੈ, ਹੁਕਮ ਬਹੁਤ ਵੱਡਾ ਹੈ। ਉਸ ਅਵਸਥਾ 'ਚ ਜਾ ਕੇ ਜਿਹੜੀ ਖੇਲ ਸਮਝ ਆਉਂਦੀ ਹੈ, ਇਹ ਮਾਇਆ ਦੀ ਵਿਸ਼ਮਾਦ ਵਾਲੀ ਅਵਸਥਾ ਹੁੰਦੀ ਹੈ। ਸਤਿਗੁਰਾਂ ਨੇ ਆਪਾਂ ਨੂੰ ਇਹ ਕਥਨ ਕਰਕੇ ਬਹੁਤ ਕੋਸ਼ਿਸ਼ ਕੀਤੀ, ਅਨੇਕਾਂ ਉਪਦੇਸ਼ ਦੇ ਕੇ ਮਾਇਆ ਦੇ ਆਪਾਂ ਨੂੰ ਸਮਝਾਈ ਹੈ। ਆਪਾਂ ਇਹ ਸਮਝਣੀ ਹੈ, ਫਿਰ ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਸਾਧ ਕੀ ਸੋਭਾ ਸਾਧ ਬਣਾਈ, ਨਾਨਕ ਸਦ ਪ੍ਰਭ ਭੇਦ ਨਾ ਪਾਈ। ਭੇਦ ਨਹੀਂ ਰਹਿੰਦਾ, ਇੱਕ ਹੋ ਜਾਂਦੇ ਨੇ। ਘੋਲ ਕਮਾਈ ਲਾਲਨਾ ਗੁਰ ਮੰਨ ਲੀਨਾ। ਸਤਿਗੁਰਾਂ ਨੇ ਸਮਝਾਇਆ, ਇਹ ਐਸੀ ਭਗਤੀ ਹੈ ਭਾਈ, ਮਨ ਬੁੱਧੀ ਇੱਕ ਹੋ ਜਾਂਦੇ ਨੇ, ਆਪਦੇ ਘਰ ਪਹੁੰਚ ਜਾਂਦੇ ਨੇ। ਇਹੀ ਆਪਾਂ ਪ੍ਰਾਪਤੀ ਕਰਨੀ ਆ। ਇਹ ਸਤਿਗੁਰਾਂ ਨੇ ਵੀ ਆਪਾਂ ਨੂੰ ਸਮਝਾਇਆ। ਆਪਾਂ ਚੰਗੀ ਤਰ੍ਹਾਂ ਸਮਝ ਆ ਜਾਵੇ ਵੀ ਬਾਣੀ ਵਿੱਚ ਸਾਧ ਸੰਗਤ ਕਿਸ ਨੂੰ ਆਖਿਆ ਗਿਆ। ਸਰੀਰ ਕਰਕੇ ਤਾਂ ਆਪਾਂ ਪੂਰਨ ਹੋ ਜਾਂਦੇ ਹਾਂ, ਕਰਦੇ ਵੀ ਆਏ ਹਾਂ, ਸੰਸਾਰ ਕਰਦਾ ਵਾ। ਪਰ ਇਹ
ਆਤਮਾ ਕਰਕੇ। ਆਤਮਾ ਤੋਂ ਆਪਾਂ ਕੋਰੇ ਰਹਿ ਜਾਂਦੇ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ, ਆਪਾਂ ਨੂੰ ਵੀ ਇਹ ਪ੍ਰਾਪਤੀ ਹੋਵੇ, ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।